ਹੈਲੋ ਸਟੂਡੈਂਟਸ, ਅੱਜ ਅਸੀਂ ਜਿਹੜਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਜੀ ਕੌਨਸਟੈਂਟ ਮੈਸ਼ ਗੀਅਰ ਬਾਕਸ। ਲਾਸਟ ਅਸੀਂ ਸਟੱਡੀ ਕੀਤਾ ਸੀਗਾ ਸਲਾਈਡਿੰਗ ਮੈਸ਼ ਗੀਅਰ ਬਾਕਸ। ਹੁਣ ਆਪਾਂ ਕਰਦੇ ਹਾਂ ਕੌਨਸਟੈਂਟ ਮੈਸ਼ ਗੀਅਰ ਬਾਕਸ। ਸਲਾਈਡਿੰਗ ਮੈਸ਼ ਗੀਅਰ ਬਾਕਸ ਦੇ ਵਿੱਚ ਕੀ ਸੀਗਾ, ਜਿਹੜੇ ਗੀਅਰ ਸੀਗੇ ਉਹ ਸਲਾਈਡ ਕਰਦੇ ਸੀਗੇ ਅਤੇ ਫਿਰ ਇੰਗੇਜਮੈਂਟ ਹੁੰਦੀ ਸੀਗੀ ਅਤੇ ਫਿਰ ਪਾਵਰ ਟਰਾਂਸਮਿਟ ਹੁੰਦੀ ਸੀਗੀ। ਬਟ ਇਹਦੇ ਵਿੱਚ ਨਾ ਗੀਅਰਸ ਨੇ ਸਲਾਈਡ ਨਹੀਂ ਕਰਨਾ। ਹੁਣ ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਜਿਹੜੇ ਗੀਅਰਸ ਨੇ ਉਹ ਕੌਨਸਟੈਂਟ ਮੈਸ਼ ਰਹਿਣਗੇ। ਕੌਨਸਟੈਂਟ ਮੈਸ਼ ਮਤਲਬ ਹਮੇਸ਼ਾ, ਕੌਨਸਟੈਂਟ ਦਾ ਮਤਲਬ ਹੁੰਦਾ ਹੈ ਆਲਵੇਸ, ਮੈਸ਼ ਮਤਲਬ ਜੁੜੇ ਰਹਿਣਾ ਗੀਅਰਸ ਨੇ। ਇਸ ਗੀਅਰ ਬਾਕਸ ਦੇ ਵਿੱਚ ਜਿਹੜੇ ਗੀਅਰ ਹੋਣਗੇ ਉਹ ਆਪਸ ਦੇ ਵਿੱਚ ਹਮੇਸ਼ਾ ਜੁੜੇ ਰਹਿਣਗੇ। ਐ ਨਹੀਂ ਵੀ ਕਦੀ ਸਲਾਈਡ ਹੋ ਕੇ ਇੱਕ ਨਾਲ ਜੁੜ ਗਏ, ਕਦੀ ਸਲਾਈਡ ਹੋ ਕੇ ਦੂਜੇ ਨਾਲ ਜੁੜ ਗਏ, ਐਦਾਂ ਨਹੀਂ ਹੋਏਗਾ। ਆਪਸ 'ਚ ਹਮੇਸ਼ਾ ਦੀ ਜੁੜੇ ਰਹਿਣਗੇ। ਅਤੇ ਪਾਵਰ ਕਿੱਦਾਂ ਟਰਾਂਸਮਿਟ ਹੋਏਗੀ ਉਹ ਆਪਾਂ ਹੁਣ ਸਟੱਡੀ ਕਰਦੇ ਹਾਂ ਵੀ ਕੌਨਸਟੈਂਟ ਮੈਸ਼ ਗੀਅਰ ਬਾਕਸ ਕਿੱਦਾਂ ਕੰਮ ਕਰਦਾ ਹੈ। ਫਿਗਰ ਸ਼ੋਜ਼ ਏ ਕੌਨਸਟੈਂਟ ਮੈਸ਼ ਗੀਅਰ ਬਾਕਸ। ਇਹ ਜਿਹੜੀ ਤੁਸੀਂ ਫਿਗਰ ਦੇਖ ਰਹੇ ਹੋ ਇਹ ਕੌਨਸਟੈਂਟ ਮੈਸ਼ ਗੀਅਰ ਬਾਕਸ ਦੀ ਹੈ ਪੂਰੀ ਦੀ ਪੂਰੀ। ਦੀ ਗੀਅਰਸ ਮੇ ਬੀ ਸਪਰ ਗੀਅਰਸ ਔਰ ਹੈਲੀਕਲ ਗੀਅਰਸ, ਬਟ ਹੈਲੀਕਲ ਗੀਅਰਸ ਆਰ ਪ੍ਰੈਫਰਡ ਸਿੰਸ ਦੇਅਰ ਰਨਿੰਗ ਇਜ਼ ਕੁਆਇਟ। ਕਹਿੰਦੇ ਜਿਹੜੇ ਆਪਾਂ ਗੀਅਰ ਯੂਜ਼ ਕਰਨੇ ਨੇ ਇਹਨਾਂ ਦੇ ਵਿੱਚ ਉਹ ਅਸੀਂ ਹੈਲੀਕਲ ਗੀਅਰ ਵੀ ਯੂਜ਼ ਕਰ ਸਕਦੇ ਹਾਂ, ਸਪਰ ਗੀਅਰ ਵੀ ਯੂਜ਼ ਕਰ ਸਕਦੇ ਹਾਂ। ਬਟ ਆਪਾਂ ਪ੍ਰੈਫਰੈਂਸ ਕਿਹਨੂੰ ਦਿੰਦੇ ਹਾਂ? ਅਸੀਂ ਪ੍ਰੈਫਰੈਂਸ ਦਿੰਦੇ ਹਾਂ ਹੈਲੀਕਲ ਗੀਅਰਸ ਨੂੰ। ਹੈਲੀਕਲ ਗੀਅਰਸ ਨੂੰ ਪ੍ਰੈਫਰੈਂਸ ਅਸੀਂ ਕਿਉਂ ਦਿੰਦੇ ਹਾਂ? ਕਿਉਂਕਿ ਹੈਲੀਕਲ ਗੀਅਰਸ ਦੀ ਜਿਹੜੀ ਵਰਕਿੰਗ ਹੈ ਨਾ ਉਹ ਸਮੂਥ ਹੈ, ਉਹਦੇ 'ਚ ਆਵਾਜ਼ ਨਹੀਂ ਆਉਂਦੀ ਜਦੋਂ ਇੱਕ ਦੂਜੇ ਨਾਲ ਮੈਸ਼ ਕਰਦੇ ਨੇ। ਇਹਨਾਂ ਗੀਅਰਸ ਨੂੰ ਅਸੀਂ ਕਹਿੰਦੇ ਹਾਂ ਸਪਰ ਗੀਅਰਸ। ਜਿਨ੍ਹਾਂ ਦੇ ਟੀਥ ਸਿੱਧੇ ਹੁੰਦੇ ਨੇ ਉਹ ਸਪਰ ਗੀਅਰ ਨੇ, ਅਤੇ ਜਿਨ੍ਹਾਂ ਦੇ ਟੀਥ ਥੋੜ੍ਹੇ ਐਂਗਲ 'ਤੇ ਹੋਣ ਉਹਨਾਂ ਨੂੰ ਹੈਲੀਕਲ ਗੀਅਰਸ ਕਹਿੰਦੇ ਆ। ਹੈਲੀਕਲ ਗੀਅਰਸ ਜਦੋਂ ਆਪਸ 'ਚ ਮੈਸ਼ ਕਰਦੇ ਨੇ ਉਦੋਂ ਕਿਸੇ ਤਰ੍ਹਾਂ ਦੀ ਸਾਊਂਡ ਪ੍ਰੋਡਿਊਸ ਨਹੀਂ ਕਰਦੇ, ਇਸ ਕਰਕੇ ਅਸੀਂ ਪ੍ਰੈਫਰੈਂਸ ਕਿਹਨੂੰ ਦਿੰਦੇ ਹਾਂ? ਹੈਲੀਕਲ ਗੀਅਰਸ ਨੂੰ। ਜਦੋਂ ਸਪਰ ਗੀਅਰ ਆਪਸ 'ਚ ਮੈਸ਼ ਕਰਨਗੇ ਉਦੋਂ ਇੱਕ ਸਾਊਂਡ ਪ੍ਰੋਡਿਊਸ ਕਰਨਗੇ, ਆਵਾਜ਼ ਪ੍ਰੋਡਿਊਸ ਕਰਨਗੇ, ਇਸ ਕਰਕੇ ਅਸੀਂ ਇਹਨੂੰ ਪ੍ਰੈਫਰ ਨਹੀਂ ਕਰਦੇ। ਦੇਅਰ ਇਜ਼ ਏ ਗੀਅਰ ਏ ਮਾਊਂਟਿਡ ਔਨ ਦੀ ਕਲਚ ਸ਼ਾਫਟ। ਕਹਿੰਦੇ ਇੱਕ ਗੀਅਰ ਹੈ ਏ ਜਿਹੜਾ ਕਲਚ ਸ਼ਾਫਟ ਦੇ ਉੱਤੇ ਮਾਊਂਟ ਹੈ। ਠੀਕ ਹੈ, ਜਿਹੜਾ ਪਹਿਲੇ ਅਸੀਂ ਸਲਾਈਡਿੰਗ ਮੈਸ਼ ਪੜ੍ਹਿਆ ਸੀਗਾ ਉਹਦੇ 'ਚ ਵੀ ਇੱਦਾਂ ਹੀ ਸੀਗਾ, ਕਲਚ ਸ਼ਾਫਟ ਉਹਦੇ ਉੱਪਰ ਇੱਕ ਗੀਅਰ ਸੀਗਾ ਏ ਜਿਹੜਾ ਮਾਊਂਟ ਕੀਤਾ ਗਿਆ ਸੀਗਾ। ਨੈਕਸਟ ਕੀ ਕਹਿੰਦੇ ਨੇ? ਦੀ ਗੀਅਰਸ ਈ ਐਫ ਜੀ ਐਂਡ ਐਚ ਆਰ ਮਾਊਂਟਿਡ ਔਨ ਦੀ ਲੇ ਸ਼ਾਫਟ। ਲੇ ਸ਼ਾਫਟ ਦੇ ਉੱਤੇ ਜਿਹੜੀ ਨੀਚੇ ਵਾਲੀ ਸ਼ਾਫਟ ਨੂੰ ਲੇ ਸ਼ਾਫਟ ਕਹਿੰਦੇ ਆ, ਉੱਪਰ ਵਾਲੀ ਸ਼ਾਫਟ ਨੂੰ ਮੇਨ ਸ਼ਾਫਟ ਕਹਿੰਦੇ ਆ। ਲੇ ਸ਼ਾਫਟ ਦੇ ਉੱਤੇ 4 ਗੀਅਰ ਨੇ ਜਿਹੜੇ ਕਿ ਫਿਕਸ ਕੀਤੇ ਗਏ ਨੇ, ਉਹ ਨੇ ਜੀ ਈ ਐਫ ਜੀ ਐਚ। ਇੱਕ ਵਾਰ ਦੇਖ ਲੈਂਦੇ ਹਾਂ। ਇਹ ਰਿਹਾ ਜੀ ਈ ਗੀਅਰ ਲੇ ਸ਼ਾਫਟ 'ਤੇ, ਇਹ ਰਿਹਾ ਜੀ ਐਫ ਗੀਅਰ ਲੇ ਸ਼ਾਫਟ 'ਤੇ, ਇਹ ਰਿਹਾ ਜੀ ਗੀਅਰ ਲੇ ਸ਼ਾਫਟ 'ਤੇ, ਇਹ ਰਿਹਾ ਐਚ ਗੀਅਰ ਲੇ ਸ਼ਾਫਟ 'ਤੇ। ਇਹ ਚਾਰੋਂ ਦੇ ਚਾਰੋਂ ਗੀਅਰ ਈ ਐਫ ਜੀ ਐਚ, ਇਹ ਚਾਰੋਂ ਦੇ ਚਾਰੋਂ ਗੀਅਰ ਕਿਹਦੇ 'ਤੇ ਮਾਊਂਟ ਨੇ? ਲੇ ਸ਼ਾਫਟ 'ਤੇ ਮਾਊਂਟ ਕੀਤੇ ਗਏ। ਨੈਕਸਟ ਕੀ ਕਹਿੰਦੇ ਜੀ? ਉਹ ਗੀਅਰ ਈ ਇਜ਼ ਆਲਵੇਜ਼ ਇਨ ਮੈਸ਼ ਵਿਦ ਗੀਅਰ ਏ। ਜਿਹੜਾ ਈ ਗੀਅਰ ਹੈ ਉਹ ਹਮੇਸ਼ਾ ਏ ਗੀਅਰ ਦੇ ਨਾਲ ਮੈਸ਼ ਹੈ, ਏ ਗੀਅਰ ਦੇ ਨਾਲ ਕੰਟੈਕਟ ਦੇ ਵਿੱਚ ਹੈ। ਮਤਲਬ ਏ ਗੀਅਰ ਅਤੇ ਈ ਗੀਅਰ ਦੋਨੋਂ ਗੀਅਰ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਨੇ, ਮੈਸ਼ ਦੇ ਵਿੱਚ ਨੇ। ਨੈਕਸਟ ਦੇਅਰ ਇਜ਼ ਏ ਸਪਲਾਈਨਡ ਮੇਨ ਸ਼ਾਫਟ। ਕਹਿੰਦੇ ਇੱਕ ਮੇਨ ਸ਼ਾਫਟ ਹੈ ਜਿਹੜੀ ਉੱਪਰ ਲੱਗੀ ਹੈ ਉਹ ਸਪਲਾਈਨਡ ਹੈ, ਵਿਚ ਇਜ਼ ਅਲਾਈਨਮੈਂਟ ਵਿਦ ਦੀ ਗੀਅਰ ਬਾਕਸ ਸ਼ਾਫਟ। ਉਹਦੀ ਅਲਾਈਨਮੈਂਟ ਕਿਹਦੇ ਨਾਲ ਹੈ? ਕਲਚ ਸ਼ਾਫਟ ਦੇ ਨਾਲ। ਗੀਅਰ ਬਾਕਸ ਸ਼ਾਫਟ ਨਹੀਂ ਆਉਣਾ, ਕਲਚ ਸ਼ਾਫਟ ਆਉਣਾ ਉੱਥੇ। ਇਹ ਕਲਚ ਸ਼ਾਫਟ ਅਤੇ ਮੇਨ ਸ਼ਾਫਟ ਦੋਨੋਂ ਇੱਕ ਦੂਜੇ ਦੇ ਅਲਾਈਨ ਨੇ, ਇੱਕ ਦੂਜੇ ਦੇ ਸਾਹਮਣੇ ਨੇ, ਇੱਕ ਦੂਜੇ ਦੇ ਬਿਲਕੁਲ ਉਹਨਾਂ ਦੇ ਐਕਸਿਸ ਜਿਹੜੇ ਨੇ ਉਹ ਸੇਮ ਨੇ। ਨੈਕਸਟ there is a splined main shaft which is in alignment with the gearbox shaft. The gear B, C and D rotate freely on the main shaft. The gear B, C and D, B, C and D ਇਹ ਕੀ ਕਰਦੇ ਨੇ? ਇਹ ਰੋਟੇਟ ਕਰਦੇ ਨੇ ਕਿਹਦੇ ਉੱਪਰ? ਮੇਨ ਸ਼ਾਫਟ ਦੇ ਉੱਤੇ। ਅਤੇ ਕਿੱਦਾਂ ਰੋਟੇਟ ਕਰਦੇ ਨੇ? ਫਰੀਲੀ। ਫਰੀਲੀ ਰੋਟੇਟ ਕਰਨ ਦਾ ਮਤਲਬ ਕੀ ਹੈ? ਜਦੋਂ ਬੀ ਗੀਅਰ ਘੁੰਮੇਗਾ, ਬੀ ਗੀਅਰ ਘੁੰਮੇ ਜਾਂ ਨਾ ਘੁੰਮੇ, ਮੇਨ ਸ਼ਾਫਟ ਨੂੰ ਕੋਈ ਫਰਕ ਨਹੀਂ ਪੈਣਾ। ਜੇ ਬੀ ਗੀਅਰ ਘੁੰਮਦਾ ਪਿਆ ਉਹਦੇ ਨਾਲ ਮੇਨ ਸ਼ਾਫਟ ਨਹੀਂ ਘੁੰਮਦੀ ਪਈ, ਜੇ ਸੀ ਗੀਅਰ ਘੁੰਮਦਾ ਪਿਆ ਉਹਦੇ ਨਾਲ ਮੇਨ ਸ਼ਾਫਟ ਨਹੀਂ ਘੁੰਮਦੀ ਪਈ, ਜੇ ਡੀ ਗੀਅਰ ਘੁੰਮਦਾ ਪਿਆ ਉਹਦੇ ਨਾਲ ਮੇਨ ਸ਼ਾਫਟ ਨਹੀਂ ਘੁੰਮਦੀ ਪਈ। ਇਹ ਮਤਲਬ ਹੁੰਦਾ ਫਰੀਲੀ ਦਾ। ਫਰੀਲੀ ਦਾ ਮਤਲਬ ਕੀ ਹੋ ਗਿਆ? ਬੀ ਸੀ ਡੀ ਗੀਅਰ ਜਿਹੜੇ ਮੇਨ ਸ਼ਾਫਟ ਉੱਤੇ ਲੱਗੇ ਨੇ ਉਹ ਜਿੱਦਾਂ ਮਰਜ਼ੀ ਘੁੰਮਣ, ਉਹਨਾਂ ਨੇ ਮੇਨ ਸ਼ਾਫਟ ਨੂੰ ਨਹੀਂ ਘੁਮਾਉਣਾ। ਫਿਰ ਮੇਨ ਸ਼ਾਫਟ ਨੇ ਕਿਹਨੂੰ ਘੁਮਾਉਣਾ ਹੈ ਉਹ ਅਸੀਂ ਅੱਗੇ ਦੇਖਦੇ ਹਾਂ। ਦੇਅਰ ਇਜ਼ ਐਨ ਆਈਡਲ ਗੇਅਰ ਆਈ ਮਾਊਂਟਿਡ ਔਨ ਦੀ ਆਈਡਲ ਸ਼ਾਫਟ। ਇੱਕ ਆਈ ਗੇਅਰ ਵੀ ਹੈ ਜਿਹੜਾ ਮਾਊਂਟ ਕੀਤਾ ਗਿਆ ਆਈਡਲ ਸ਼ਾਫਟ ਦੇ ਉੱਤੇ, ਉਹਨੂੰ ਅਸੀਂ ਮੈਸ਼ ਕਰਤਾ ਐਚ ਗੇਅਰ ਦੇ ਨਾਲ। ਠੀਕ ਹੈ ਜੀ।
ਅਸੀਂ ਬੀ ਸੀ ਡੀ ਬਾਰੇ ਪੜ੍ਹ ਲਿਆ, ਈ ਐਫ ਜੀ ਐਚ ਬਾਰੇ ਪੜ੍ਹ ਲਿਆ। ਆਈ ਕੀ ਆ ਗਿਆ ਜੀ, ਇੱਕ ਆਈਡਲ ਗੇਅਰ ਜਿਹੜਾ ਕਿ ਆਈਡਲ ਸ਼ਾਫਟ ਦੇ ਉੱਤੇ ਮਾਊਂਟ ਹੈ। ਇਹ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਆਪਾਂ ਆਈ ਗੇਅਰ ਕਿਉਂ ਲਗਾਇਆ। ਤੁਸੀਂ ਜੇ ਸਲਾਈਡਿੰਗ ਮੈਸ਼ ਗੇਅਰ ਬੌਕਸ ਸਮਝਿਆ ਤੇ ਤੁਹਾਨੂੰ ਇਹ ਚੀਜ਼ ਵੀ ਸਮਝ ਲੱਗ ਗਈ ਹੋਏਗੀ। ਆਈ ਗੇਅਰ ਕਿਉਂ ਲੱਗਾ, ਰਿਵਰਸ ਵਾਸਤੇ ਲਗਾਇਆ ਆਪਾਂ ਆਈ ਗੇਅਰ। ਅੱਗੋਂ ਕੀ ਕਹਿੰਦੇ, ਦੀ ਗੇਅਰ ਬੀ ਇਜ਼ ਆਲਵੇਜ਼ ਇਨ ਮੈਸ਼ ਵਿਦ ਗੇਅਰ ਐਫ ਐਂਡ ਗੇਅਰ ਸੀ ਇਜ਼ ਆਲਵੇਜ਼ ਇਨ ਮੈਸ਼ ਵਿਦ ਗੇਅਰ ਜੀ। ਕਹਿੰਦੇ ਜਿਹੜਾ ਬੀ ਗੇਅਰ ਹੈ ਨਾ, ਇਹ ਬੀ ਗੇਅਰ ਹੈ, ਉਹ ਐਫ ਗੇਅਰ ਦੇ ਕੰਟੈਕਟ ਦੇ ਵਿੱਚ ਹੈ। ਮਤਲਬ ਬੀ ਗੇਅਰ ਤੇ ਐਫ ਗੇਅਰ ਆਪਸ 'ਚ ਜੁੜੇ ਹੋਏ ਨੇ। ਜਿੱਦਾਂ ਏ ਤੇ ਈ ਆਪਸ 'ਚ ਜੁੜੇ ਸੀਗੇ ਨਾ, ਉੱਦਾਂ ਬੀ ਤੇ ਐਫ ਵੀ ਆਪਸ 'ਚ ਜੁੜੇ ਨੇ, ਉੱਦਾਂ ਹੀ ਸੀ ਤੇ ਜੀ ਵੀ ਆਪਸ 'ਚ ਜੁੜੇ ਨੇ। ਸੋ ਉਹਨਾਂ ਨੇ 3 ਗੇਅਰ ਦਾ ਦੱਸਤਾ, ਏ ਈ ਆਪਸ 'ਚ ਜੁੜੇ ਨੇ, ਬੀ ਐਫ ਆਪਸ 'ਚ ਜੁੜੇ ਨੇ, ਸੀ ਜੀ ਆਪਸ 'ਚ ਜੁੜੇ ਨੇ। ਨੈਕਸਟ ਉਹ ਕੀ ਕਹਿੰਦੇ ਨੇ, ਦੀ ਗੇਅਰ ਡੀ ਇਜ਼ ਕਾਲਡ ਰਿਵਰਸ ਗੇਅਰ। ਜਿਹੜਾ ਗੇਅਰ ਡੀ ਹੈ ਉਹ ਰਿਵਰਸ ਗੇਅਰ ਹੈ ਐਂਡ ਇਜ਼ ਆਲਵੇਜ਼ ਇਨ ਮੈਸ਼ ਵਿਦ ਗੇਅਰ ਆਈ। ਅਤੇ ਉਹ ਹਮੇਸ਼ਾ ਆਈ ਗੇਅਰ ਦੇ ਕੰਟੈਕਟ ਦੇ ਵਿੱਚ ਹੈ। ਅਤੇ ਆਈ ਗੇਅਰ ਅੱਗੇ ਕਿਹਦੇ ਕੰਟੈਕਟ ਦੇ ਵਿੱਚ ਹੈ, ਐਚ ਗੇਅਰ ਦੇ। ਇਹ ਜਿਹੜਾ ਡੀ ਗੇਅਰ ਹੈ ਇਹ ਰਿਵਰਸ ਗੇਅਰ ਹੈ। ਇਹ ਕਿਹਦੇ ਕੰਟੈਕਟ ਦੇ ਵਿੱਚ ਹੈ, ਆਈ, ਅਤੇ ਆਈ ਕਿਹਦੇ ਕੰਟੈਕਟ ਦੇ ਵਿੱਚ ਹੈ, ਐਚ। ਆਈ ਮਤਲਬ ਦੋਨੋਂ ਪਾਸੋਂ ਕੰਟੈਕਟ ਦੇ ਵਿੱਚ ਆ ਗਿਆ, ਇੱਧਰੋਂ ਡੀ ਦੇ ਕੰਟੈਕਟ ਦੇ ਵਿੱਚ ਅਤੇ ਇੱਧਰੋਂ ਐਚ ਦੇ ਕੰਟੈਕਟ ਦੇ ਵਿੱਚ। ਇਹ ਤਿੰਨੋਂ ਜਿਹੜੇ ਗੇਅਰ ਨੇ ਇਹ ਕੌਨਸਟੈਂਟ ਮੈਸ਼ ਨੇ, ਮਤਲਬ ਹਮੇਸ਼ਾ ਲਈ ਆਪਸ ਦੇ ਵਿੱਚ ਮੈਸ਼ ਰਹਿਣਗੇ। ਦੇਰ ਆਰ ਆਲਸੋ 2 ਸਲਾਈਡਿੰਗ ਡੌਗ ਕਲਚਿਸ ਮਾਊਂਟਿਡ ਡਾਇਰੈਕਟਲੀ ਔਨ ਦੀ ਮੇਨ ਸ਼ਾਫਟ ਐਂਡ ਸਪਲਾਈਡ ਟੂ ਇਟ। ਹੁਣ ਗੱਲ ਆਈ ਡੌਗ ਕਲਚ ਦੀ। ਕਹਿੰਦੇ 2 ਡੌਗ ਕਲਚ ਨੇ, ਇੱਕ D1 ਇਹ ਰਿਹਾ, ਇੱਕ D2। ਇਹਨਾਂ ਨੂੰ ਮੇਨ ਸ਼ਾਫਟ ਉੱਤੇ ਮਾਊਂਟ ਕੀਤਾ, ਠੀਕ ਹੈ, ਬਟ ਇਹ ਸਪਲਾਈਨਡ ਨੇ। ਜੇ ਡੌਗ ਕਲਚ ਘੁੰਮਣਗੇ ਤੇ ਉਹਨਾਂ ਦੇ ਨਾਲ ਜਿਹੜੀ ਮੇਨ ਸ਼ਾਫਟ ਹੈ ਉਹ ਵੀ ਘੁੰਮੇਗੀ। ਕਲੀਅਰ ਹੈ ਜੀ। ਜੇ ਡੌਗ ਕਲਚ ਘੁੰਮਣਗੇ, ਡੌਗ ਕਲਚ ਘੁੰਮਣ ਦੇ ਨਾਲ ਜਿਹੜੀ ਨੀਚੇ ਮੇਨ ਸ਼ਾਫਟ ਹੈ ਉਹ ਵੀ ਨਾਲ ਘੁੰਮੇਗੀ। ਸੋ ਸਾਡਾ ਕੰਮ ਕੀ ਹੈ, ਅਸੀਂ ਡੌਗ ਕਲਚ ਨੂੰ ਘੁਮਾਉਣਾ। ਜਿੱਦਾਂ ਮਰਜ਼ੀ ਡੌਗ ਕਲਚ ਨੂੰ ਘੁਮਾਈਏ, ਜੇ ਡੌਗ ਕਲਚ ਘੁੰਮ ਗਿਆ ਤੇ ਸਾਡੀ ਜਿਹੜੀ ਮੇਨ ਸ਼ਾਫਟ ਹੈ ਉਹ ਘੁੰਮ ਗਈ, ਪਾਵਰ ਜਿਹੜੀ ਅੱਗੇ ਟਰਾਂਸਮਿਟ ਹੋ ਗਈ। ਠੀਕ ਹੈ, ਇਸ ਕਰਕੇ ਉਹਨਾਂ ਨੇ ਕੀ ਕਿਹਾ, ਡੌਗ ਕਲਚ ਜਿਹੜੇ ਨੇ ਉਹ ਸਪਲਾਈਨਡ ਕੀਤੇ ਗਏ ਨੇ, ਜੋੜੇ ਗਏ ਨੇ ਮੇਨ ਸ਼ਾਫਟ ਦੇ ਨਾਲ। ਦੀ ਡੌਗ ਕਲਚਿਸ ਹੈਵ ਟੀਥ ਔਨ ਦੈਮ ਵਿਚ ਕੈਨ ਬੀ ਅੰਗੇਜਡ ਵਿਦ ਦੀ ਮੇਨ ਸ਼ਾਫਟ ਗੇਅਰ ਟੀਥ। ਕਹਿੰਦੇ ਜਿਹੜੇ ਡੌਗ ਕਲਚ ਨੇ ਉਹਨਾਂ ਦੇ ਉੱਪਰ ਟੀਥ ਨੇ, ਟੀਥ ਬਣੇ ਨੇ, ਟੀਥ ਕੱਟੇ ਨੇ, ਵਿਚ ਕੈਨ ਬੀ ਅੰਗੇਜਡ ਵਿਦ ਦੀ ਮੇਨ ਸ਼ਾਫਟ ਗੇਅਰ ਟੀਥ। ਜਿਹੜੇ ਮੇਨ ਸ਼ਾਫਟ ਦੇ ਉੱਤੇ ਗੇਅਰ ਲੱਗੇ ਨੇ ਨਾ, ਜਿਹੜੇ ਆਪਾਂ 3 ਗੇਅਰ ਲਗਾਏ ਸੀਗੇ ਬੀ, ਸੀ ਤੇ ਡੀ, ਉਹ ਉਹਨਾਂ ਦੇ ਨਾਲ ਮੈਸ਼ ਕਰਨਗੇ। ਇਹ ਜਿਹੜੇ ਡੌਗ ਕਲਚ ਨੇ, ਇਹ ਦੇਖੋ ਉੱਪਰੋਂ 2 ਟੀਥ ਬਾਹਰ ਆਏ ਨਾ, ਉੱਪਰ 2 ਟੀਥ ਬਾਹਰ ਨੇ, ਨੀਚੇ 2 ਟੀਥ ਬਾਹਰ ਨੇ। ਇੱਦਾਂ ਹੀ ਬੀ ਦੇ ਉੱਪਰ ਵੀ ਉੱਤੇ ਟੀਥ ਬਾਹਰ ਹੈ, ਨੀਚੇ ਵੀ ਟੀਥ ਬਾਹਰ ਹੈ। ਸੀ 'ਤੇ ਵੀ ਉੱਪਰ ਟੀਥ ਬਾਹਰ ਹੈ, ਇੱਦਾਂ ਹੀ ਨੀਚੇ ਬਾਹਰ ਹੈ। ਇੱਦਾਂ ਹੀ ਡੀ ਦੇ ਉੱਪਰ ਵੀ ਟੀਥ ਬਾਹਰ ਹੈ, ਨੀਚੇ ਟੀਥ ਬਾਹਰ ਹੈ। ਜਿਹੜਾ ਡੌਗ ਕਲਚ ਹੈ ਨਾ, ਇਹ ਜਿਹੜੇ ਗੇਅਰਸ ਦੇ ਉੱਤੇ ਟੀਥ ਨੇ ਨਾ, ਉਹਨਾਂ ਦੇ ਨਾਲ ਜਾ ਕੇ ਮੈਸ਼ ਕਰਨਗੇ। ਮਤਲਬ ਡੌਗ ਕਲਚ ਨੇ ਮੈਸ਼ ਕਰਨਾ ਹੈ ਕਿਹਦੇ ਨਾਲ, ਬੀ, ਸੀ ਤੇ ਡੀ, ਇਹਨਾਂ ਗੇਅਰਸ ਦੇ ਨਾਲ। ਠੀਕ ਹੈ ਜੀ, ਏ ਬੀ ਸੀ ਡੀ ਜਿਹੜੇ ਉੱਪਰ ਵਾਲੇ ਗੇਅਰਸ ਨੇ, ਇਹਨਾਂ ਦੇ ਨਾਲ ਡੌਗ ਕਲਚ ਨੇ ਮੈਸ਼ ਕਰਕੇ ਪਾਵਰ ਨੂੰ ਅੱਗੇ ਟਰਾਂਸਮਿਟ ਕਰਾਉਣ ਦੀ ਹੈਲਪ ਕਰਨੀ ਹੈ। ਕਿਉਂਕਿ ਬੀ, ਸੀ ਤੇ ਡੀ ਇਹ ਜਿਹੜੇ ਗੇਅਰ ਨੇ ਇਹ ਫ੍ਰੀ ਮੂਵ ਕਰਦੇ ਨੇ, ਇਹਨਾਂ ਨੇ ਫ੍ਰੀਲੀ ਮੂਵ ਕਰਨਾ ਹੈ ਮੇਨ ਸ਼ਾਫਟ ਦੇ ਉੱਤੇ। ਅਤੇ ਜਿਹੜੇ ਸਪਲਾਈਨਡ ਨੇ ਉਹ ਸਿਰਫ 2 ਚੀਜ਼ਾਂ ਨੇ, ਇੱਕ D1 ਤੇ D2, ਯਾਨੀ ਕਿ ਡੌਗ ਕਲਚ 1 ਤੇ ਡੌਗ ਕਲਚ 2। ਇਹ ਦੋਨੋਂ ਜਿਹੜੇ ਨੇ ਇਹ ਸਪਲਾਈਨਡ ਨੇ, ਬਾਕੀ ਜਿਹੜੇ ਨੇ ਉਹ ਇੱਦਾਂ ਹੀ ਮਤਲਬ ਫ੍ਰੀ ਨਹੀਂ ਮੂਵ ਕਰਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਵਰਕਿੰਗ ਦੀ, ਵੀ ਵਰਕਿੰਗ ਕਿੱਦਾਂ ਹੈ। ਗੇਅਰ ਸੀ ਇਜ਼ ਕਾਲਡ ਫਸਟ ਗੇਅਰ, ਗੇਅਰ ਬੀ ਇਜ਼ ਕਾਲਡ ਸੈਕਿੰਡ ਗੇਅਰ ਐਂਡ ਗੇਅਰ ਡੀ ਇਜ਼ ਰਿਵਰਸ ਗੇਅਰ। ਦੀ ਵਰਕਿੰਗ ਆਫ ਗੇਅਰ ਬਾਕਸ ਇਜ਼ ਐਜ਼ ਫੋਲੋਜ਼, ਸੀ ਫਸਟ ਗੇਅਰ, ਬੀ ਸੈਕਿੰਡ ਗੇਅਰ। ਇਹ ਫਸਟ ਗੇਅਰ, ਇਹ ਸੈਕਿੰਡ ਗੇਅਰ। ਜਿਹੜਾ ਵੱਡੇ ਵਾਲਾ ਸ਼ੋਅ ਕੀਤਾ ਉਹਨਾਂ ਨੇ ਸੀ ਉਹ ਫਸਟ ਗੇਅਰ ਹੈ, ਛੋਟੇ ਵਾਲਾ ਬੀ ਸੈਕਿੰਡ ਗੇਅਰ ਹੈ। ਇਹ ਜਿਹੜਾ ਡੀ ਸ਼ੋਅ ਕੀਤਾ ਉਹਨਾਂ ਨੇ ਇਹ ਰਿਵਰਸ ਗੇਅਰ ਹੈ। 3 ਗੇਅਰ ਉਹਨਾਂ ਨੇ ਸ਼ੋਅ ਕਰਤੇ, ਫਸਟ, ਸੈਕਿੰਡ ਤੇ ਰਿਵਰਸ। ਹੁਣ ਉਹ ਵਰਕਿੰਗ ਕਿੱਦਾਂ ਸਮਝਾਉਂਦੇ ਨੇ, ਸਭ ਤੋਂ ਪਹਿਲੇ ਉਹ ਸਮਝਾਉਂਦੇ ਜੀ ਨਿਊਟਰਲ ਪੋਜੀਸ਼ਨ। ਦਿਸ ਪੋਜੀਸ਼ਨ ਇਜ਼ ਸ਼ੋਨ ਇਨ ਦੀ ਫਿਗਰ, ਆਲ ਦੀ ਗੇਅਰਸ ਆਰ ਰੋਟੇਟਿੰਗ ਬਟ ਦੀ ਡੌਗ ਕਲਚਿਸ ਆਰ ਨੋਟ ਅੰਗੇਜ ਵਿਦ ਐਨੀ ਆਫ ਦੀ ਗੇਅਰਸ, ਸੋ ਦੀ ਮੇਨ ਸ਼ਾਫਟ ਇਜ਼ ਨੋਟ ਰੋਟੇਟਿੰਗ। ਕਹਿੰਦੇ ਇਹ ਜਿਹੜੀ ਫਿਗਰ ਤੁਸੀਂ ਦੇਖੀ, ਨਿਊਟਰਲ ਪੋਜੀਸ਼ਨ ਦੀ ਜਿਹੜੀ ਫਿਗਰ ਹੈ, ਉਹਦੇ 'ਚ ਕੀ ਹੋਏਗਾ, ਸਾਰੇ ਗੇਅਰ ਜਿਹੜੇ ਨੇ ਉਹ ਰੋਟੇਟ ਕਰਨਗੇ, ਬਟ ਜਿਹੜਾ ਡੌਗ ਕਲਚ ਹੈ ਉਹ ਕਿਸੇ ਨਾਲ ਅੰਗੇਜ ਨਹੀਂ ਹੋਇਆ। ਠੀਕ ਹੈ, ਸੋ ਦੀ ਮੇਨ ਸ਼ਾਫਟ ਜਿਹੜੀ ਹੈ ਉਹ ਰੋਟੇਟ ਨਹੀਂ ਹੋਏਗੀ। ਜਿਹੜੀ ਨਿਊਟਰਲ ਪੋਜੀਸ਼ਨ ਹੈ ਉਹ ਕੁਛ ਇਸ ਤਰ੍ਹਾਂ ਦੀ ਹੈ। ਸਾਰੇ ਗੇਅਰ ਆਪਸ 'ਚ ਅੰਗੇਜ ਹੈਗੇ ਨੇ, ਏ ਈ ਦੇ ਨਾਲ ਹੈ, ਬੀ ਐਫ ਦੇ ਨਾਲ ਹੈ,
सी जी ਦੇ ਨਾਲ ਹੈ, डी एच ਦੇ ਨਾਲ ਹੈ। ਸਾਰੇ ਗੇਅਰਸ ਰੋਟੇਟ ਵੀ ਕਰਦੇ ਪਏ ਨੇ, ਬਟ ਪਾਵਰ ਫਿਰ ਵੀ ਨਹੀਂ ਟਰਾਂਸਮਿਟ ਹੁੰਦੀ ਵੀ। ਪਾਵਰ ਕਿਉਂ ਨਹੀਂ ਟਰਾਂਸਮਿਟ ਹੁੰਦੀ ਵੀ? ਕਿਉਂਕਿ ਜਿਹੜੇ ਡੌਗ ਕਲਚ ਨੇ ਨਾ, ਉਹ ਕਿਸੇ ਦੇ ਨਾਲ ਅੰਗੇਜ ਨਹੀਂ ਹੈਗੇ। ਜਿੰਨੀ ਦੇਰ ਤੱਕ ਡੌਗ ਕਲਚ ਕਿਸੇ ਗੇਅਰ ਦੇ ਨਾਲ ਅੰਗੇਜਮੈਂਟ ਨਹੀਂ ਕਰਦੇ, ਅੰਗੇਜ ਨਹੀਂ ਹੁੰਦੇ, ਉਨੀ ਦੇਰ ਤੱਕ ਜਿਹੜੀ ਪਾਵਰ ਹੈ ਉਹ ਟਰਾਂਸਮਿਟ ਨਹੀਂ ਹੋਏਗੀ। ਐਵੇਂ ਨਿਊਟਰਲ ਪੋਜੀਸ਼ਨ। ਹੁਣ ਆਪਾਂ ਗੱਲ ਕਰਦੇ ਹਾਂ ਫਸਟ ਗੇਅਰ ਦੀ। ਨਿਊਟਰਲ ਪੋਜੀਸ਼ਨ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫਸਟ ਗੇਅਰ ਦੀ। ਫॉर ਪੋਜੀਸ਼ਨਿੰਗ ਦੀ ਗੇਅਰ ਬਾਕਸ ਇਨ ਫਸਟ ਗੇਅਰ, ਕਹਿੰਦੇ ਜੇ ਅਸੀਂ ਫਸਟ ਗੇਅਰ ਪਾਉਣਾ ਚਾਹੁੰਦੇ ਹਾਂ ਨਾ, ਤੇ ਸਾਨੂੰ ਕੀ ਕਰਨਾ ਪਏਗਾ? ਜਿਹੜਾ ਡੌਗ ਕਲਚ D2 ਹੈ ਨਾ, ਉਹਨੂੰ ਸਲਾਈਡ ਕਰਨਾ ਪਏਗਾ। ਕਿਹਦੇ ਉੱਪਰ? ਮੇਨ ਸ਼ਾਫਟ ਦੇ ਉੱਤੇ। ਕਿਹੜੀ ਡਾਇਰੈਕਸ਼ਨ ਦੇ ਵਿੱਚ? ਲੈਫਟ ਵਾਲੇ ਪਾਸੇ। D2 ਨੂੰ ਇੱਕ ਮਿੰਟ ਦੇਖ ਲਈਏ, D2 ਕਿਹੜਾ ਹੈ? ਇਹ ਰਿਹਾ D2। ਇਸ D2 ਨੂੰ ਅਸੀਂ ਲੈਫਟ ਵਾਲੇ ਪਾਸੇ ਸਲਾਈਡ ਕਰਾਵਾਂਗੇ, ਖੱਬੇ ਪਾਸੇ ਸਲਾਈਡ ਕਰਾਵਾਂਗੇ, ਕਿਉਂਕਿ ਖੱਬੇ ਪਾਸੇ D2 ਦੇ ਕੀ ਹੈ? C ਗੇਅਰ, ਜਿਹਨੂੰ ਅਸੀਂ ਫਸਟ ਗੇਅਰ ਕਿਹਾ ਸੀਗਾ। ਜਦੋਂ D2 C ਦੇ ਨਾਲ ਜਾ ਕੇ ਮੈਸ਼ ਕਰੇਗਾ, ਉਦੋਂ ਜਿਹੜੀ ਪਾਵਰ ਹੈ ਉਹ ਅੱਗੇ ਟਰਾਂਸਮਿਟ ਹੋਣੀ ਸਟਾਰਟ ਹੋਏਗੀ। ਫॉर ਪੋਜੀਸ਼ਨਿੰਗ ਦੀ ਗੀਅਰ ਬਾਕਸ ਇਨ ਫਸਟ ਗੇਅਰ, ਡੌਗ ਕਲਚ D2 is slided on the main shaft towards left such that the teeth of dog clutch are engaged with the teeth of gear C। ਜਿਹੜਾ ਮੇਨ ਸ਼ਾਫਟ ਦੇ ਉੱਤੇ D2 ਡੌਗ ਕਲਚ ਲੱਗਾ ਸੀਗਾ, ਉਹਨੂੰ ਅਸੀਂ ਲੈਫਟ ਵੱਲ ਮੂਵ ਕਰਾਵਾਂਗੇ। ਜਦੋਂ ਉਹ ਲੈਫਟ ਵੱਲ ਮੂਵ ਕਰੇਗਾ, ਲੈਫਟ ਵੱਲ ਮੂਵ ਕਰਕੇ ਉਹ ਇੱਕ C ਗੇਅਰ ਹੈ ਉਹਦੇ ਟੀਥ ਦੇ ਨਾਲ ਮੈਸ਼ ਕਰੇਗਾ। ਜਦੋਂ ਉਹ C ਟੀਥ ਦੇ ਨਾਲ ਮੈਸ਼ ਕਰੇਗਾ ਤੇ ਫਿਰ ਸਾਡਾ ਪਹਿਲਾ ਗੇਅਰ ਪਏਗਾ। ਠੀਕ ਹੈ ਜੀ, ਕੁਛ ਇਸ ਤਰ੍ਹਾਂ। ਇਹ ਦੇਖੋ, ਇਹ ਜਿਹੜਾ ਡੌਗ ਕਲਚ D2 ਸੀਗਾ, ਉਹਨੂੰ ਅਸੀਂ ਲੈਫਟ ਵੱਲ ਮੂਵ ਕਰਾਤਾ, ਉਹ C ਦੇ ਨਾਲ ਜੁੜ ਗਿਆ। ਜਦੋਂ ਉਹ C ਦੇ ਨਾਲ ਜੁੜ ਗਿਆ ਤੇ ਮਤਲਬ ਪਹਿਲਾ ਗੇਅਰ ਪੈ ਗਿਆ। ਜਦੋਂ ਪਹਿਲਾ ਗੇਅਰ ਪੈ ਗਿਆ ਤੇ ਪਾਵਰ ਕਿੱਦਾਂ ਟਰਾਂਸਮਿਟ ਹੋਈ? ਦੀ ਪਾਵਰ ਇਜ਼ ਟਰਾਂਸਮਿਟਡ ਫਰੋਮ ਕਲਚ ਸ਼ਾਫਟ ਟੂ ਮੇਨ ਸ਼ਾਫਟ ਥਰੂ ਗੇਅਰਸ। ਕਲਚ ਸ਼ਾਫਟ ਤੋਂ ਮੇਨ ਸ਼ਾਫਟ ਤੱਕ ਪਾਵਰ ਕਿੱਦਾਂ ਗਈ? A ਤੋਂ ਬਾਅਦ E ਤੋਂ ਬਾਅਦ F ਤੋਂ ਬਾਅਦ B ਤੋਂ ਬਾਅਦ ਡੌਗ ਕਲਚ। ਯਾਨੀ ਕਿ A ਤੋਂ ਬਾਅਦ E ਤੋਂ ਬਾਅਦ F ਤੋਂ ਬਾਅਦ B, ਸੌਰੀ ਇਹਦੇ ਬਾਅਦ ਸੈਕਿੰਡ ਗੇਅਰ 'ਚ ਆ ਗਏ, ਫਸਟ ਗੇਅਰ ਰਹਿ ਰਿਹਾ। ਪਾਵਰ ਕਿੱਦਾਂ ਅੱਗੇ ਆਈ? A ਤੋਂ ਬਾਅਦ AEGC ਡੌਗ ਕਲਚ D2, AEGC ਡੌਗ ਕਲਚ D2, ਯਾਨੀ ਕਿ AEGC ਡੌਗ ਕਲਚ D2 ਤੋਂ ਮੇਨ ਸ਼ਾਫਟ। ਮਤਲਬ ਸਭ ਤੋਂ ਪਹਿਲੇ ਕਲਚ ਤੋਂ ਪਾਵਰ ਆਈ A ਗੇਅਰ ਦੇ ਵਿੱਚ, A ਗੇਅਰ ਤੋਂ ਪਾਵਰ ਆਈ E ਗੇਅਰ ਦੇ ਵਿੱਚ, E ਗੇਅਰ ਤੋਂ ਪਾਵਰ ਗਈ G ਗੇਅਰ ਦੇ ਵਿੱਚ, ਕਿਉਂਕਿ ਲੇ ਸ਼ਾਫਟ ਘੁੰਮਦੀ ਪਈ ਸੀਗੀ ਨਾ। ਲੇ ਸ਼ਾਫਟ ਘੁੰਮਣ ਦੇ ਨਾਲ G ਗੇਅਰ ਘੁੰਮਿਆ। ਜਦੋਂ G ਗੇਅਰ ਘੁੰਮਿਆ, G ਗੇਅਰ ਨੇ ਆਪਣੇ ਨਾਲ C ਗੇਅਰ ਨੂੰ ਘੁਮਾਉਣਾ ਹੈ। ਜਦੋਂ C ਗੇਅਰ ਘੁੰਮੇਗਾ, C ਗੇਅਰ ਦੇ ਨਾਲ ਕੀ ਲੱਗ ਗਿਆ? ਆ ਕੇ ਡੌਗ ਕਲਚ D2 ਲੱਗ ਗਿਆ। ਜਦੋਂ ਡੌਗ ਕਲਚ D2 C ਗੇਅਰ ਦੇ ਨਾਲ ਆ ਕੇ ਲੱਗ ਗਿਆ ਤੇ ਉਹਦੇ ਨਾਲ ਕੀ ਹੋਇਆ? D2 ਡੌਗ ਕਲਚ ਘੁੰਮਿਆ। ਡੌਗ ਕਲਚ ਜਿਹੜਾ ਮੇਨ ਸ਼ਾਫਟ ਦੇ ਨਾਲ ਜੁੜਿਆ ਹੋਇਆ, ਉਹਦੇ ਨਾਲ ਮੇਨ ਸ਼ਾਫਟ ਵੀ ਘੁੰਮੀ। ਮੇਨ ਸ਼ਾਫਟ ਘੁੰਮਣ ਦੇ ਨਾਲ ਸਾਡੀ ਪਾਵਰ ਜਿਹੜੀ ਉਹ ਟਰਾਂਸਮਿਟ ਹੋ ਗਈ ਤੇ ਪਾਵਰ ਦਾ ਪੈਟਰਨ ਕੀ ਬਣਿਆ? AEGC ਡੌਗ ਕਲਚ ਮੇਨ ਸ਼ਾਫਟ। ਇਹ ਸੀਗਾ ਪਹਿਲਾ ਗੇਅਰ। ਇੱਦਾਂ ਹੀ ਦੂਜਾ ਗੇਅਰ। It should be kept in mind that every gear is changed after putting the gearbox in neutral position। ਕਹਿੰਦੇ ਆ, ਆਪਾਂ ਪਹਿਲੇ ਵੀ ਪੜ੍ਹ ਚੁੱਕੇ ਹਾਂ ਵੀ ਜਦੋਂ ਵੀ ਆਪਾਂ ਗੇਅਰ ਚੇਂਜ ਕਰਨਾ ਹੈ ਨਾ, ਪਹਿਲੇ ਸਾਨੂੰ ਨਿਊਟਰਲ ਪੋਜੀਸ਼ਨ ਦੇ ਵਿੱਚ ਆਉਣਾ ਹੀ ਪੈਣਾ ਹੈ। ਉਹਨੂੰ ਹੀ ਅਸੀਂ ਸਿਲੈਕਟਿਵ ਟਾਈਪ ਗੇਅਰਬਾਕਸ ਕਹਿੰਦੇ ਸੀਗੇ। ਨਾਓ ਫॉर ਅਪਲਾਈਂਗ ਸੈਕਿੰਡ ਗੇਅਰ, ਜੇ ਅਸੀਂ ਦੂਜਾ ਗੇਅਰ ਪਾਉਣਾ ਹੈ ਤੇ ਉਹਦੇ ਲਈ ਕੀ ਕਰਨਾ ਪਏਗਾ ਸਾਨੂੰ? ਜਿਹੜਾ ਪਹਿਲੇ ਆਪਾਂ D2 ਡੌਗ ਕਲਚ ਨੂੰ ਮੂਵ ਕਰਾਇਆ ਸੀਗਾ, ਹੁਣ ਅਸੀਂ D1 ਡੌਗ ਕਲਚ ਨੂੰ ਮੂਵ ਕਰਾਵਾਂਗੇ ਮੇਨ ਸ਼ਾਫਟ ਦੇ ਉੱਤੇ। ਕਿਹੜੀ ਡਾਇਰੈਕਸ਼ਨ 'ਚ ਮੂਵ ਕਰਾਵਾਂਗੇ? ਰਾਈਟ ਸਾਈਡ 'ਤੇ ਮੂਵ ਕਰਾਵਾਂਗੇ। ਰਾਈਟ ਸਾਈਡ 'ਤੇ ਕਿਉਂ ਮੂਵ ਕਰਾਵਾਂਗੇ? ਕਿਉਂਕਿ ਉਹ ਜਾ ਕੇ ਜਿਹੜਾ B ਗੇਅਰ ਹੈ ਉਹਦੇ ਕੰਟੈਕਟ ਦੇ ਵਿੱਚ ਆ ਜਾਵੇ। ਜਦੋਂ B ਗੇਅਰ ਦੇ ਵਿੱਚ ਕੰਟੈਕਟ ਦੇ ਵਿੱਚ ਆਏਗਾ, ਪਾਵਰ ਕਿੱਦਾਂ ਟਰਾਂਸਮਿਟ ਹੋਏਗੀ? ਫਿਰ AEFB ਐਂਡ ਡੌਗ ਕਲਚ D1। ਦੇਖੋ ਜੀ, ਜਿਹੜਾ ਡੌਗ ਕਲਚ ਸੀਗਾ D1, ਪਹਿਲੇ ਮੂਵ ਕੀਤਾ D2, ਹੁਣ ਮੂਵ ਕੀਤਾ D1 ਕਿਹਦੇ ਨਾਲ ਜਾ ਕੇ ਮੈਸ਼ ਕੀਤਾ? B ਗੇਅਰ ਦੇ ਨਾਲ, ਜਿਹਨੂੰ ਅਸੀਂ ਸੈਕਿੰਡ ਗੇਅਰ ਕਿਹਾ ਸੀਗਾ। ਜਦੋਂ B ਗੇਅਰ ਦੇ ਨਾਲ ਮੈਸ਼ ਕੀਤਾ ਤੇ ਪਾਵਰ ਕਿੱਦਾਂ ਟਰਾਂਸਮਿਟ ਹੋਈ? ਕਲਚ ਸ਼ਾਫਟ ਤੋਂ ਪਾਵਰ ਨਿਕਲੀ A ਗੇਅਰ ਦੇ ਵਿੱਚ, A ਗੇਅਰ ਤੋਂ E ਗੇਅਰ ਦੇ ਵਿੱਚ, E ਤੋਂ F ਤੋਂ B ਤੋਂ ਡੌਗ ਕਲਚ ਤੋਂ ਮੇਨ ਸ਼ਾਫਟ। ਕੀ ਪੈਟਰਨ ਬਣ ਗਿਆ ਸਾਡੇ ਕੋਲ? AEFB D1 ਮੇਨ ਸ਼ਾਫਟ। ਪਾਵਰ ਜਿਹੜੀ ਟਰਾਂਸਮਿਟ ਕਰਾਉਣੀ ਹੈ ਉਹ ਡੌਗ ਕਲਚ ਨੇ ਕਰਾਉਣੀ ਹੈ। ਪਹਿਲੇ ਗੇਅਰ 'ਚ D2 ਡੌਗ ਕਲਚ ਨੇ ਕਰਾਈ ਸੀਗੀ, ਦੂਜੇ ਗੇਅਰ 'ਚ D1 ਡੌਗ ਕਲਚ ਨੇ ਕਰਾਈ। ਦੋਨੋਂ ਡੌਗ ਕਲਚ ਅਲੱਗ-ਅਲੱਗ ਨੇ। ਜਿਹੜਾ D2 ਡੌਗ ਕਲਚ ਸੀਗਾ ਉਹਨੂੰ ਫਸਟ ਗੇਅਰ ਲਈ ਯੂਜ਼ ਕੀਤਾ ਗਿਆ, D1 ਡੌਗ ਕਲਚ ਨੂੰ ਸੈਕਿੰਡ ਗੇਅਰ ਲਈ ਯੂਜ਼ ਕੀਤਾ ਗਿਆ।
पहले जिहड़ा डॉग क्लच सीगा पहले गियर च वो सी ना मैश किया सीगा, हुण बी ना मैश किया। इस तरह आपां सैकेंड गियर भी पढ़ लिया। सैकेंड तो बाद आ गया जी टॉप गियर। फॉर अप्लाइंग टॉप गियर, जे असी टॉप गियर पाना चाहते हैं, चौथा पंजवां जो भी टॉप गियर गड्डी से वो पाना चाहते हैं, दी डॉग क्लच इज स्लाइडेड टुवार्ड्स लैफ्ट सो दैट इट्स टीथ्स आर अंगेज विद दी टीथ ऑफ गियर ए। जिहड़ा ਇਹ डॉग क्लच ना D1 ਇਹਨੂੰ ਅੱਗੇ ਆਪਾਂ B ਨਾਲ ਜੋੜਿਆ ਨਾ, ਹੁਣ ਅਸੀਂ ਜੇ ਟੌਪ ਗੀਅਰ ਪਾਣਾ ਨਾ ਇਹਨੂੰ ਅਸੀਂ A ਨਾਲ ਜੋੜਾਂਗੇ। A ਨਾਲ ਕਿਉਂ ਜੋੜਾਂਗੇ? ਤਾਂ ਜੋ ਇਹ ਜਿਹੜੇ ਟੀਥ ਨੇ ਉਹ A ਦੇ ਨਾਲ ਮੈਸ਼ ਕਰ ਜਾਣ। ਜਦੋਂ ਉਹ ਟੀਥ A ਦੇ ਨਾਲ ਮੈਸ਼ ਕਰ ਜਾਣਗੇ ਫਿਰ ਸਾਡਾ ਟੌਪ ਗੀਅਰ ਪੈ ਜਾਏਗਾ। ਸਾਰੀ ਦੀ ਸਾਰੀ ਪਾਵਰ ਜਿਹੜੀ ਹੈ ਉਹ ਮੇਨ ਸ਼ਾਫਟ 'ਚ ਜਾਣ ਲੱਗ ਪਏਗੀ। ਬਾਈ ਦਿਸ ਵੇ ਦੀ ਮੇਨ ਸ਼ਾਫਟ ਇਜ਼ ਡਾਇਰੈਕਟਲੀ ਗੀਅਰ ਵਿਦ ਦੀ ਕਲਚ ਸ਼ਾਫਟ ਐਂਡ ਰੋਟੇਟ ਐਟ ਦੀ ਸਪੀਡ ਆਫ ਕਲਚ ਸ਼ਾਫਟ। ਜਿੰਨੀ ਸਪੀਡ 'ਤੇ ਫਿਰ ਕਲਚ ਸ਼ਾਫਟ ਘੁੰਮੇਗੀ ਉਨੀ ਸਪੀਡ 'ਤੇ ਸਾਡੀ ਮੇਨ ਸ਼ਾਫਟ ਘੁੰਮੇਗੀ। ਉਸੇ ਚੀਜ਼ ਨੂੰ ਅਸੀਂ ਟੌਪ ਗੀਅਰ ਕਹਿੰਦੇ ਹਾਂ, ਹਾਈ ਗੀਅਰ ਕਹਿੰਦੇ ਹਾਂ। ਡਾਇਗਰਾਮ ਦੇਖਦੇ ਹਾਂ। ਇਹ ਦੇਖੋ ਡੌਗ ਕਲਚ D1 A ਦੇ ਨਾਲ ਮੈਸ਼ ਕਰ ਗਿਆ। ਪਿੱਛੋਂ ਕਲਚ ਸ਼ਾਫਟ ਦੇ ਵਿੱਚ ਜਿੰਨੇ RPM ਆ ਰਹੇ ਸੀਗੇ ਉਹ ਸਾਰੇ ਦੇ ਸਾਰੇ RPM ਕਿਹਨੂੰ ਟਰਾਂਸਫਰ ਹੋ ਗਏ? ਉਹ ਸਾਰੇ ਦੇ ਸਾਰੇ ਟਰਾਂਸਫਰ ਹੋ ਗਏ ਸਾਡੀ ਮੇਨ ਸ਼ਾਫਟ ਨੂੰ। ਜਦੋਂ ਮੇਨ ਸ਼ਾਫਟ ਨੂੰ ਟਰਾਂਸਫਰ ਹੋ ਗਏ ਤਾਂ ਸਾਰੀ ਪਾਵਰ ਇੱਦਾਂ ਸਟਰੇਟ ਲਾਈਨ ਦੇ ਵਿੱਚ A ਤੋਂ ਸਿੱਧਾ ਮੇਨ ਸ਼ਾਫਟ 'ਚ ਟਰਾਂਸਫਰ ਕਰ ਗਈ, ਸਪਲਾਈਡ ਮੇਨ ਸ਼ਾਫਟ 'ਚ। ਇਹਨੂੰ ਅਸੀਂ ਕਹਿ ਦਿੱਤਾ ਟੌਪ ਗੀਅਰ। ਟੌਪ ਗੀਅਰ ਤੋਂ ਬਾਅਦ ਆਉਂਦਾ ਜੀ ਰਿਵਰਸ ਗੀਅਰ। ਰਿਵਰਸ ਗੀਅਰ ਅਸੀਂ ਕਿੱਦਾਂ ਪਾਉਂਦੇ ਹਾਂ? ਫॉर ਰਿਵਰਸਿੰਗ ਦੀ ਡਾਇਰੈਕਸ਼ਨ ਆਫ ਰੋਟੇਸ਼ਨ ਆਫ ਮੇਨ ਸ਼ਾਫਟ। ਜੇ ਅਸੀਂ ਮੇਨ ਸ਼ਾਫਟ ਦੀ ਡਾਇਰੈਕਸ਼ਨ ਜਿਹੜੀ ਆਫ ਰੋਟੇਸ਼ਨ ਹੈ, ਜਿਹੜੀ ਰੋਟੇਸ਼ਨ ਦੀ ਜਿਹੜੀ ਡਾਇਰੈਕਸ਼ਨ ਹੈ ਮੇਨ ਸ਼ਾਫਟ ਦੀ, ਉਹਨੂੰ ਰਿਵਰਸ ਕਰਨਾ ਚਾਹੁੰਦੇ ਹਾਂ, ਉਹਦੇ ਲਈ ਸਾਨੂੰ ਕੀ ਕਰਨਾ ਪਏਗਾ? ਰਿਵਰਸ ਗੀਅਰ ਪਾਉਣਾ ਪਏਗਾ। ਰਿਵਰਸ ਗੀਅਰ ਕਿੱਦਾਂ ਪੈਂਦਾ ਹੈ? ਜਿਹੜਾ D2 ਡੌਗ ਕਲਚ ਹੈ ਜਿਹਨੂੰ ਅਸੀਂ ਪਹਿਲੇ ਗੀਅਰ 'ਚ ਮੂਵ ਕਰਾਇਆ ਸੀਗਾ, C ਦੇ ਨਾਲ ਮੈਸ਼ ਕਰਾਇਆ ਸੀਗਾ, ਉਹਨੂੰ ਹੁਣ ਅਸੀਂ ਰਾਈਟ ਸਾਈਡ 'ਤੇ ਮੂਵ ਕਰਾਵਾਂਗੇ ਤਾਂ ਜੋ ਗੀਅਰ D ਦੇ ਨਾਲ ਮੈਸ਼ ਕਰ ਜਾਵੇ। ਜਿਹੜਾ ਆਈਡਲਰ ਗੀਅਰ I ਲਗਾਇਆ ਅਸੀਂ ਉਹ ਕਾਹਦੇ ਵਾਸਤੇ ਲਗਾਇਆ? ਤਾਂ ਜੋ ਅਸੀਂ ਜਿਹੜੀ ਡਾਇਰੈਕਸ਼ਨ ਆਫ ਰੋਟੇਸ਼ਨ ਹੈ ਉਹਨੂੰ ਰਿਵਰਸ ਕਰ ਸਕੀਏ। ਪਾਵਰ ਜਿਹੜੀ ਟਰਾਂਸਮਿਟ ਹੋਏਗੀ ਰਿਵਰਸ ਗੀਅਰ ਦੇ ਵਿੱਚ ਉਹ ਕਿੱਦਾਂ ਹੋਏਗੀ? A E H I D ਐਂਡ ਡੌਗ ਕਲਚ D2। ਇਹ ਦੇਖੋ ਕੀ ਕੀਤਾ ਅਸੀਂ? ਜਿਹੜਾ ਡੌਗ ਕਲਚ D2 ਸੀਗਾ ਪਹਿਲੇ ਗੀਅਰ 'ਚ ਉਹ C ਦੇ ਨਾਲ ਮੈਸ਼ ਕੀਤਾ ਸੀਗਾ, ਠੀਕ ਹੈ। ਰਿਵਰਸ ਗੀਅਰ ਦੇ ਵਿੱਚ ਉਹ D ਦੇ ਨਾਲ ਮੈਸ਼ ਕਰ ਗਿਆ ਕਿਉਂਕਿ D ਨੂੰ ਅਸੀਂ ਰਿਵਰਸ ਗੀਅਰ ਦਾ ਨਾਮ ਦਿੱਤਾ ਹੈ। ਅਤੇ ਡੌਗ ਕਲਚ D2 ਨੇ D ਦੇ ਨਾਲ ਮੈਸ਼ ਕਰਨਾ ਹੈ। ਪਾਵਰ A ਤੋਂ ਆਈ E ਦੇ ਵਿੱਚ, E ਤੋਂ ਸਿੱਧਾ ਗਈ H ਦੇ ਵਿੱਚ, H ਦੇ ਨਾਲ I ਗੀਅਰ ਹੈ, I ਗੀਅਰ 'ਚ ਗਈ, I ਗੀਅਰ ਤੋਂ ਬਾਅਦ D ਗੀਅਰ ਹੈ, D ਗੀਅਰ 'ਚ ਗਈ, D ਗੀਅਰ 'ਚੋਂ ਹੋ ਕੇ ਪਾਵਰ D2 ਡੌਗ ਕਲਚ 'ਚ ਆਈ ਅਤੇ D2 ਡੌਗ ਕਲਚ ਹੋ ਕੇ ਨਾਲੇ ਹੀ ਬਾਹਰ ਚਲੇ ਗਈ ਅਤੇ ਸਾਡੀ ਜਿਹੜੀ ਇਹਦੀ ਡਾਇਰੈਕਸ਼ਨ ਸੀਗੀ ਰੋਟੇਸ਼ਨ ਦੀ ਉਹ ਉਲਟ ਹੋ ਗਈ। ਉਲਟ ਰੋਟੇਸ਼ਨ ਮਿਲ ਗਈ, ਮਤਲਬ ਆਪਾਂ ਰਿਵਰਸ ਗੀਅਰ ਪਾ ਲਿਆ। ਇਸ ਤਰ੍ਹਾਂ ਆਪਾਂ 4 ਗੀਅਰ ਸਟੱਡੀ ਕਰ ਲਏ। ਨਿਊਟਰਲ ਵੀ ਪੜ੍ਹ ਲਿਆ ਪਹਿਲੇ, ਤੇ ਕੰਸਟਰਕਸ਼ਨ ਵੀ ਪੜ੍ਹ ਲਈ, ਫਸਟ ਗੀਅਰ ਵੀ ਪੜ੍ਹ ਲਿਆ, ਸੈਕਿੰਡ ਗੀਅਰ ਵੀ ਪੜ੍ਹ ਲਿਆ, ਟੌਪ ਗੀਅਰ ਵੀ ਪੜ੍ਹ ਲਿਆ, ਅਤੇ ਹੁਣ ਆਪਾਂ ਰਿਵਰਸ ਗੀਅਰ ਵੀ ਪੜ੍ਹ ਲਿਆ। ਲਾਸਟ 'ਚ ਆਪਾਂ ਪੜ੍ਹਦੇ ਹਾਂ ਐਡਵਾਂਟੇਜਿਸ ਆਫ ਕੌਂਸਟੈਂਟ ਮੈਸ਼ ਗੀਅਰ ਬਾਕਸ ਓਵਰ ਸਲਾਈਡਿੰਗ ਮੈਸ਼ ਗੀਅਰ ਬਾਕਸ। ਵੀ ਇਹ ਸਲਾਈਡਿੰਗ ਮੈਸ਼ ਨਾਲੋਂ ਕਿਉਂ ਬੈਟਰ ਹੈ? ਨੰਬਰ 1। ਨੰਬਰ 2 ਪਹਿਲੇ ਆਪਾਂ ਸਟੱਡੀ ਕਰਦੇ ਹਾਂ। 2 'ਚੋਂ ਕੀ ਕਹਿੰਦੇ ਨੇ ਵੀ ਇਹਦੇ 'ਚ ਨਾ ਆਪਾਂ ਹੈਲੀਕਲ ਗੀਅਰ ਯੂਜ਼ ਕਰਦੇ ਪਏ ਹਾਂ। ਹੈਲੀਕਲ ਗੀਅਰ ਯੂਜ਼ ਕਰਨ ਦੇ ਕਾਰਨ ਜਿਹੜੀ ਆਵਾਜ਼ ਹੈ ਨਾ ਉਹ ਘੱਟ ਹੈ, ਕਿਉਂਕਿ ਸਪਰ ਗੀਅਰ ਦੇ ਵਿੱਚ ਆਵਾਜ਼ ਜ਼ਿਆਦਾ ਪ੍ਰੋਡਿਊਸ ਹੁੰਦੀ ਹੈ, ਹੈਲੀਕਲ ਗੀਅਰ 'ਚ ਆਵਾਜ਼ ਘੱਟ ਪ੍ਰੋਡਿਊਸ ਹੁੰਦੀ ਹੈ। ਇਸ ਕਰਕੇ ਆਪਾਂ ਹੈਲੀਕਲ ਗੀਅਰਸ ਯੂਜ਼ ਕਰਾਂਗੇ। ਨੈਕਸਟ ਕੀ ਕਹਿ ਦਿੱਤਾ ਉਹਨਾਂ ਨੇ ਨਾਲ ਹੀ ਵੀ ਜਿਹੜਾ ਵੀਅਰ ਹੈ ਕੌਂਸਟੈਂਟ ਮੈਸ਼ ਗੀਅਰ ਦੇ ਬਾਕਸ ਦੇ ਵਿੱਚ ਜਿਹੜਾ ਟੀਥ ਦਾ ਵੀਅਰ ਹੈ ਉਹ ਘੱਟ ਹੈ। ਉਹ ਘੱਟ ਕਿਉਂ ਹੈ? ਕਿਉਂਕਿ ਜਿਹੜੇ ਗੀਅਰਸ ਨੇ ਨਾ ਉਹ ਹਮੇਸ਼ਾ ਕੰਟੈਕਟ ਦੇ ਵਿੱਚ ਨੇ। ਇਹ ਨਹੀਂ ਵੀ ਕਦੀ ਕੰਟੈਕਟ ਬਣਦਾ ਪਿਆ, ਕਦੀ ਕੰਟੈਕਟ ਟੁੱਟਦਾ ਪਿਆ, ਕਦੀ ਫਿਰ ਬਣਦਾ ਪਿਆ, ਫਿਰ ਟੁੱਟਦਾ ਪਿਆ, ਐਦਾਂ ਨਹੀਂ ਹੁੰਦਾ ਪਿਆ। ਉਹਦੇ 'ਚ ਕੀ ਹੈ? ਹਮੇਸ਼ਾ ਕੰਟੈਕਟ ਦੇ ਵਿੱਚ ਹੈ। ਹਮੇਸ਼ਾ ਕੰਟੈਕਟ ਦੇ ਵਿੱਚ ਰਹਿਣ ਦੇ ਕਾਰਨ ਕੀ ਹੈ? ਉਹਦੇ 'ਚ ਜਿਹੜੀ ਪਾਵਰ ਹੈ ਆਪਣਾ ਜਿਹੜਾ ਵੀਅਰ ਐਂਡ ਟੀਅਰ ਹੈ, ਵੀਅਰ ਐਂਡ ਟੀਅਰ ਘੱਟ ਹੈ। ਜੇ ਕੋਈ ਚੀਜ਼ ਬਾਰ-ਬਾਰ ਕੰਟੈਕਟ ਅੰਗੇਜ ਜਾਂ ਡਿਸਅੰਗੇਜ ਹੋਏਗੀ, ਕਨੈਕਟ ਕਰੇਗੀ ਜਾਂ ਡਿਸਕਨੈਕਟ ਕਰੇਗੀ, ਉਹਦੇ 'ਚ ਫਿਰ ਟੁੱਟਣ ਦਾ ਖਤਰਾ, ਵੀਅਰ ਐਂਡ ਟੀਅਰ ਦਾ ਖਤਰਾ ਵੱਧ ਜਾਊਗਾ। ਬਟ ਜੇ ਕੋਈ ਚੀਜ਼ ਜੁੜੀ ਹਮੇਸ਼ਾ ਆਪਸ 'ਚ ਰਹੀ, ਹਮੇਸ਼ਾ ਵਾਸਤੇ ਜੁੜੀ ਰਹੀ, ਕੌਂਸਟੈਂਟਲੀ ਜੁੜੀ ਰਹੀ, ਫਿਰ ਉਹਦੇ 'ਚ ਟੁੱਟਣ ਦਾ ਖਤਰਾ ਰਹਿਣਾ ਹੀ ਨਹੀਂ। ਇਸ ਕਰਕੇ ਵੀਅਰ ਐਂਡ ਟੀਅਰ ਜਿਹੜਾ ਉਹ ਘੱਟ ਹੈ। ਇਸ ਕਰਕੇ ਆਪਾਂ ਕੌਂਸਟੈਂਟ ਮੈਸ਼ ਗੀਅਰ ਬਾਕਸ ਨੂੰ ਪ੍ਰੈਫਰ ਕਰਦੇ ਹਾਂ, ਅਤੇ ਹੈਲੀਕਲ ਗੀਅਰ ਜਿਹੜੇ ਨੇ ਉਹ ਘੱਟ ਆਵਾਜ਼ ਪੈਦਾ ਕਰਦੇ ਨੇ। ਇਸ ਕਰਕੇ ਆਪਾਂ ਕੌਂਸਟੈਂਟ ਮੈਸ਼ ਗੀਅਰ ਬਾਕਸ ਨੂੰ ਯੂਜ਼ ਕਰਦੇ ਹਾਂ। ਸੋ ਇਹ ਸੀਗੇ ਤੁਹਾਡੇ ਐਡਵਾਂਟੇਜਿਸ। ਇੱਥੇ ਤੁਹਾਡਾ ਟੌਪਿਕ ਖਤਮ ਹੋ ਗਿਆ ਕੌਂਸਟੈਂਟ ਮੈਸ਼ ਗੀਅਰ ਬਾਕਸ। ਜੇ ਤੁਹਾਨੂੰ ਕੋਈ ਡਾਊਟ ਹੋਏਗਾ ਉਹ ਤੁਸੀਂ ਪੁੱਛ ਸਕਦੇ ਹੋ ਜੀ।